हाँ जी दोस्तों, ਤੁਹਾਡੇ ਆਪਣੇ YouTube ਚੈਨਲ ਲੌਜਿਕ ਨਾਓ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਸਾਡਾ ਪੜ੍ਹਨ ਦਾ ਟੌਪਿਕ ਹੈ ਅਮਰੀਕਨ ਪੋਲੀਟੀਕਲ ਸਿਸਟਮ, ਮੇਨ ਫੀਚਰ ਆਫ ਅਮਰੀਕਨ ਪੋਲੀਟੀਕਲ ਸਿਸਟਮ, ਜਾਂ ਆਪਾਂ ਕਹਿ ਸਕਦੇ ਹਾਂ ਕਿ ਕਾਂਸਟੀਟਿਊਸ਼ਨਲ ਫੀਚਰ ਆਫ ਅਮਰੀਕਨ ਪੋਲੀਟੀਕਲ ਸਿਸਟਮ। ਸੋ ਅਮਰੀਕਾ ਦੇ ਕਾਂਸਟੀਟਿਊਸ਼ਨ ਦੇ ਵਿੱਚ ਕਿਹੜੀਆਂ ਪ੍ਰੋਵੀਜ਼ਨ ਹੈਗੀਆਂ ਨੇ ਉਹਦੇ ਪੋਲੀਟੀਕਲ ਸਿਸਟਮ ਬਾਰੇ। ਸੋ ਉਹਦੀ ਆਪਾਂ ਸ਼ੁਰੂਆਤ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਅਮਰੀਕਾ ਵੀ ਇੱਕ ਗੁਲਾਮ ਦੇਸ਼ ਸੀਗਾ। ਅਮਰੀਕਾ ਨੇ ਆਪਣੀ ਇੰਗਲੈਂਡ ਤੋਂ ਆਪਣੀ ਆਜ਼ਾਦੀ ਪ੍ਰਾਪਤ ਕੀਤੀ ਔਰ ਆਪਣਾ ਜਿਹੜਾ ਸੰਵਿਧਾਨ ਹੈ 4 ਮਾਰਚ 1799 ਨੂੰ ਉਹਨਾਂ ਨੇ ਲਾਗੂ ਕੀਤਾ, 4 ਮਾਰਚ 1789 ਦੇ ਵਿੱਚ। ਸੋ ਦੋਸਤੋ, ਉਹਦੇ ਆਪਾਂ ਮੇਨ ਫੀਚਰ ਆਪਾਂ ਪੜ੍ਹਦੇ ਹੈਗੇ ਹਾਂ ਕਿ ਅਮਰੀਕਾ ਦੇ ਸੰਵਿਧਾਨ ਦੇ ਮੁੱਖ ਫੀਚਰ ਕਿਹੜੇ ਨੇ। ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਅਮਰੀਕਾ ਦਾ ਸੰਵਿਧਾਨ ਰਿਟਨ ਕਾਂਸਟੀਟਿਊਸ਼ਨ ਹੈ। ਅਮਰੀਕਾ ਦਾ ਸੰਵਿਧਾਨ ਲਿਖਿਆ ਹੋਇਆ ਹੈਗਾ, ਜਿਸ ਤਰ੍ਹਾਂ ਕਿ ਇੰਗਲੈਂਡ ਦਾ ਸੰਵਿਧਾਨ ਲਿਖਿਆ ਨਹੀਂ ਹੋਇਆ, ਪਰੰਪਰਾਵਾਂ ਦੇ ਆਧਾਰ 'ਤੇ ਚੱਲਦਾ। ਇਸ ਤੋਂ ਉਲਟ ਅਮਰੀਕਾ ਦਾ ਸੰਵਿਧਾਨ ਲਿਖਿਆ ਹੋਇਆ, ਇਹਦੇ 7 ਆਰਟੀਕਲ ਨੇ। ਜਿਵੇਂ ਭਾਰਤ ਦੇ ਸੰਵਿਧਾਨ ਵੀ ਲਿਖਿਆ ਹੋਇਆ, ਪਰ ਅਮਰੀਕਾ ਦਾ ਸੰਵਿਧਾਨ ਵੀ ਇਸੇ ਤਰ੍ਹਾਂ ਲਿਖਿਆ ਹੋਇਆ। ਇਹਦੇ 7 ਆਰਟੀਕਲ ਨੇ। ਇਹ ਦੁਨੀਆ ਦਾ ਸਭ ਤੋਂ ਛੋਟਾ ਸੰਵਿਧਾਨ ਵੀ ਆਪਾਂ ਕਹਿ ਸਕਦੇ ਹਾਂ, ਔਰ ਸਭ ਤੋਂ ਸੰਖੇਪ ਸੰਵਿਧਾਨ ਔਰ ਸਭ ਤੋਂ ਪਾਵਰਫੁਲ ਦੇਸ਼ ਦਾ ਸੰਵਿਧਾਨ ਹੈ ਜਿਹੜਾ ਅਮਰੀਕਾ ਦਾ ਸੰਵਿਧਾਨ ਹੈਗਾ। ਦੂਸਰੇ ਨੰਬਰ 'ਤੇ ਆਪਾਂ ਗੱਲ ਕਰਦੇ ਹਾਂ ਕਿ ਅਮਰੀਕਾ ਦੇ ਸੰਵਿਧਾਨ ਨੇ ਲਿਮਟਡ ਗਵਰਨਮੈਂਟ ਦੀ ਜਿਹੜੀ ਹੈਗੀ ਆ ਪ੍ਰੋਵੀਜ਼ਨ ਦਿੱਤੀ ਹੈਗੀ ਆ। ਸੀਮਤ ਸਰਕਾਰ ਤੋਂ ਕੀ ਭਾਵ ਹੈਗਾ ਕਿ ਸ਼ਾਸਨ ਹੈ ਜਿਹੜਾ ਸੰਵਿਧਾਨ ਦੇ ਮੁਤਾਬਕ ਚੱਲੇਗਾ। ਸੰਵਿਧਾਨ ਦੇ ਵਿੱਚ ਜੋ ਲਿਖਿਆ ਹੈ, ਜੱਜ ਉਹਨੂੰ ਉਸੇ ਰੂਪ ਦੇ ਵਿੱਚ ਫੈਸਲਾ ਕਰਦੇ ਸਮੇਂ ਲਾਗੂ ਕਰਾਉਣਗੇ। ਔਰ ਜਿਹੜੀ ਸਰਕਾਰ ਹੈ ਉਹ ਸੀਮਤ ਸਰਕਾਰ ਹੈ। ਸਰਕਾਰਾਂ ਬਦਲਦੀਆਂ ਵੀ ਰਹਿੰਦੀਆਂ ਨੇ, ਪਰ ਸਰਕਾਰਾਂ ਸੀਮਤ ਇਸ ਕਰਕੇ ਨੇ ਕਿਉਂਕਿ ਉਹ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ। ਜੇਕਰ ਸੰਵਿਧਾਨ ਤੋਂ ਬਾਹਰ ਜਾਣਗੀਆਂ ਤਾਂ ਉਹਨਾਂ ਦੇ ਕੰਮ ਨੂੰ ਅਸੰਵਿਧਾਨਕ ਘੋਸ਼ਿਤ ਕਰ ਦਿੱਤਾ ਜਾਊਗਾ। ਤੀਸਰੇ ਨੰਬਰ 'ਤੇ ਜਿਹੜੀ ਆਪਾਂ ਗੱਲ ਕਰਨੀ ਉਹ ਰਿਜਿਡ ਕਾਂਸਟੀਟਿਊਸ਼ਨ ਦੀ। ਜਿਹੜਾ ਅਮਰੀਕਾ ਦਾ ਸੰਵਿਧਾਨ ਹੈ ਉਹ ਬਹੁਤ ਹੀ ਕਠੋਰ ਸੰਵਿਧਾਨ ਹੈ, ਰਿਜਿਡ ਕਾਂਸਟੀਟਿਊਸ਼ਨ ਹੈ। ਅਮਰੀਕਾ ਦੇ ਸੰਵਿਧਾਨ ਦੇ ਵਿੱਚ ਸੋਧ ਕਰਨੀ ਬੜੀ ਮੁਸ਼ਕਲ ਹੈ। ਆਪਾਂ ਲਚਕੀਲਾ ਸੰਵਿਧਾਨ ਕਿਸ ਦੇਸ਼ ਦੇ ਸੰਵਿਧਾਨ ਨੂੰ ਕਹਿੰਦੇ ਹਾਂ ਜਿਹੜਾ ਸੰਵਿਧਾਨ ਦੇ ਵਿੱਚ ਸੋਧ ਕਰਨੀ ਬੜੀ ਸੌਖੀ ਹੋਵੇ। ਰਿਜਿਡ ਕਾਂਸਟੀਟਿਊਸ਼ਨ ਭਾਵ ਕਠੋਰ ਸੰਵਿਧਾਨ ਕਿਹਨੂੰ ਕਹਿੰਦੇ ਆ, ਜਿਸ ਦੇਸ਼ ਦੇ ਸੰਵਿਧਾਨ ਦੇ ਵਿੱਚ ਸੋਧ ਕਰਨੀ ਬੜੀ ਔਖੀ ਹੋਵੇ। ਸੋ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਸੋਧ ਕਰਨੀ ਕਾਫੀ ਮੁਸ਼ਕਲ ਹੈ। 1799 ਤੋਂ ਲੈ ਕੇ ਅੱਜ ਤੱਕ ਸਿਰਫ 27 ਸੋਧਾਂ ਹੋ ਚੁੱਕੀਆਂ ਨੇ, ਔਰ ਇਹਦਾ ਮਤਲਬ ਹੈ ਕਿ ਇਹਦੇ ਵਿੱਚ ਸੋਧ ਕਰਨੀ ਬੜੀ ਮੁਸ਼ਕਲ ਹੈਗੀ ਹੈ। ਔਰ 4 ਨੰਬਰ 'ਤੇ ਆਪਾਂ ਗੱਲ ਕਰਦੇ ਹਾਂ ਫੈਡਰਲ ਕੰਟਰੀ ਜਾਂ ਫੈਡਰਲ ਕਾਂਸਟੀਟਿਊਸ਼ਨ। ਅਮਰੀਕਾ ਦਾ ਜਿਹੜਾ ਸੰਵਿਧਾਨ ਆ ਉਹ ਇੱਕ ਸੰਘੀ ਸੰਵਿਧਾਨ ਹੈ। ਸੰਘ ਤੋਂ ਭਾਵ ਕੀ ਹੈ ਕਿ ਅਮਰੀਕਾ ਇੱਕ ਸੰਘ ਹੈ। ਸੰਘ ਦਾ ਮਤਲਬ ਹੈ ਕਿ ਇੱਥੇ ਸ਼ਕਤੀਆਂ ਦੀ ਵੰਡ ਹੈ, ਦੋਹਰੀ ਸ਼ਾਸਨ ਪ੍ਰਣਾਲੀ ਹੈ। ਇੱਕ ਕੇਂਦਰ ਦੇ ਵਿੱਚ ਸਰਕਾਰ ਕੰਮ ਕਰਦੀ ਹੈ ਤੇ ਰਾਜਾਂ ਦੇ ਵਿੱਚ ਵੱਖਰੀਆਂ ਸਰਕਾਰਾਂ ਕੰਮ ਕਰਦੀਆਂ ਨੇ। ਜਿਹੜਾ ਅਮਰੀਕਨ ਫੈਡਰਲਿਜ਼ਮ ਹੈ ਇਹਦੇ ਵਿੱਚ 50 ਰਾਜ ਨੇ, 50 ਰਾਜਾਂ ਦੀਆਂ ਆਪਣੀਆਂ ਸਰਕਾਰਾਂ ਨੇ ਤੇ ਇੱਕ ਅਮਰੀਕਾ ਦੀ ਕੇਂਦਰੀ ਸਰਕਾਰ ਹੈ। ਜਿਹੜੇ ਕੇਂਦਰੀ ਮਹੱਤਤਾ ਵਾਲੇ ਵਿਸ਼ੇ ਨੇ ਉਹਦੇ ਤੇ ਜਿਹੜੀ ਹੈਗੀ ਆ ਅਮਰੀਕਾ ਦੀ ਫੈਡਰਲ ਗਵਰਨਮੈਂਟ ਕਾਨੂੰਨ ਬਣਾਉਂਦੀ ਹੈ, ਤੇ ਜਿਹੜੇ ਰਾਜਾਂ ਦੀਆਂ ਮਹੱਤਤਾ ਵਾਲੇ ਵਿਸ਼ੇ ਨੇ ਉਹਨਾਂ ਦੇ ਉੱਤੇ ਜਿਹੜਾ ਕਾਨੂੰਨ ਬਣਾਉਣ ਦੀ ਤਾਕਤ ਰਾਜਾਂ ਦੇ ਵਿਧਾਨ ਮੰਡਲਾਂ ਕੋਲ ਹੈਗੀ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਅਮਰੀਕਾ ਦਾ ਜਿਹੜਾ ਕਾਂਸਟੀਟਿਊਸ਼ਨ ਹੈ, ਜਿਹੜਾ ਸੰਵਿਧਾਨ ਹੈ ਜਾਂ ਅਮਰੀਕਾ ਦਾ ਸਿਸਟਮ ਹੈ ਉਹ ਫੈਡਰਲ ਸਿਸਟਮ। ਇਸ ਤੋਂ ਅਗਲੀ ਗੱਲ ਹੈ ਕਿ ਸੁਪਰੀਮ ਕਾਂਸਟੀਟਿਊਸ਼ਨ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਅਮਰੀਕਾ ਦੇ ਵਿੱਚ ਸੰਵਿਧਾਨ ਦੀ ਸਰਵਉੱਚਤਾ ਹੈ। ਸੰਵਿਧਾਨ ਸਭ ਤੋਂ ਸਿਰੇ ਤੇ ਹੈ। ਸੰਵਿਧਾਨ ਦੇ ਵਿੱਚ ਜੋ ਲਿਖਿਆ ਉਹ ਅੰਤਿਮ ਹੈ। ਸੰਵਿਧਾਨ ਦੇ ਵਿਰੁੱਧ ਨਹੀਂ ਜਾਇਆ ਜਾ ਸਕਦਾ। ਜੇਕਰ ਕਾਂਗਰਸ ਜਾਂ ਕੋਈ ਰਾਸ਼ਟਰਪਤੀ ਕਾਰਜਕਾਰੀ ਆਦੇਸ਼ ਜਾਰੀ ਕਰਦਾ ਜਾਂ ਵਿਧਾਨ ਪਾਲਿਕਾ ਕੋਈ ਕਾਨੂੰਨ ਬਣਾਉਂਦੀ ਹੈ, ਕਾਂਗਰਸ ਕੋਈ ਕਾਨੂੰਨ ਬਣਾਉਂਦੀ ਹੈ ਜਿਹੜਾ ਕਿ ਸੰਵਿਧਾਨ ਦੇ ਵਿਰੁੱਧ ਹੈ, ਤਾਂ ਉਸ ਤਰ੍ਹਾਂ ਦੇ ਕਾਨੂੰਨ ਨੂੰ ਅਦਾਲਤਾਂ ਰੱਦ ਕਰ ਸਕਦੀਆਂ ਨੇ। ਸੰਵਿਧਾਨ ਦੀ ਸੁਪਰਮੇਸੀ ਬਣਾ ਕੇ ਰੱਖੀ ਹੈ ਅਮਰੀਕਾ ਨੇ। ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ 6 ਨੰਬਰ 'ਤੇ ਪੀਪਲਜ਼ ਕਾਂਸਟੀਟਿਊਸ਼ਨ। ਜਿਹੜਾ ਅਮਰੀਕਾ ਦਾ ਸੰਵਿਧਾਨ ਹੈ ਉਹ ਲੋਕਾਂ ਦਾ ਸੰਵਿਧਾਨ ਹੈ। ਅਮਰੀਕਾ ਦੇ ਵਿੱਚ ਜਿਹੜੀ ਸੱਤਾ ਹੈ, ਜਿਹੜੀ ਪਾਵਰ ਹੈ, ਜਿਹੜੀ ਸ਼ਕਤੀ ਹੈ, ਉਹ ਅਮਰੀਕਾ ਦਾ ਸੰਵਿਧਾਨ ਲੋਕਾਂ ਤੋਂ ਹਾਸਲ ਕਰਦਾ ਹੈ। ਲੋਕਾਂ ਦੇ ਦੁਆਰਾ ਹੀ ਅਮਰੀਕਾ ਦਾ ਸੰਵਿਧਾਨ ਬਣਾਇਆ ਗਿਆ। ਜਿਸ ਤਰ੍ਹਾਂ ਭਾਰਤ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਵਿਵਸਥਾ ਹੈ ਕਿ ਪ੍ਰਸਤਾਵਨਾ ਦੇ ਅੱਗੇ ਲਿਖਿਆ ਹੋਇਆ ਕਿ ਅਸੀਂ ਭਾਰਤ ਦੇ ਲੋਕ ਇਸ ਦੇਸ਼ ਦੇ ਸੰਵਿਧਾਨ ਨੂੰ ਬਣਾਉਂਦੇ ਹਾਂ। ਪਰ ਅਮਰੀਕਾ ਦਾ ਜਿਹੜਾ ਸੰਵਿਧਾਨ ਉਹ ਇਹ ਗੱਲ ਕਰਦਾ ਹੈ ਕਿ ਜਿਹੜਾ ਸ਼ਾਸਨ ਦੀ ਸ਼ਕਤੀ ਹੈ, ਜਿਹੜੀ ਸੱਤਾ ਹੈ, ਉਹ ਲੋਕਾਂ ਤੋਂ ਆਉਂਦੀ ਹੈ। ਔਰ ਸਭ ਤੋਂ ਜਿਹੜਾ ਅਹਿਮ ਫੀਚਰ ਹੈਗਾ ਆਪਾਂ ਪੜ੍ਹ ਰਹੇ ਹਾਂ ਅਮਰੀਕਾ, ਤਾਂ ਇੱਥੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ। ਭਾਵ ਅਮਰੀਕਾ ਦੇ ਵਿੱਚ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਹੈ। ਜਿਵੇਂ ਕਿ ਭਾਰਤ ਦੇ ਵਿੱਚ ਵੀ ਸੰਸਦੀ ਸਰਕਾਰ ਹੈ, ਇੰਗਲੈਂਡ ਦੇ ਵਿੱਚ ਵੀ ਸੰਸਦੀ ਸਰਕਾਰ ਹੈ, ਪਰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਅਸਲੀ ਕਾਰਜਪਾਲਿਕਾ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ, ਪ੍ਰਧਾਨਗੀ ਸ਼ਾਸਨ ਪ੍ਰਣਾਲੀ। ਇਹਦੇ ਵਿੱਚ ਅਸਲੀ ਕਾਰਜਪਾਲਿਕਾ ਦੇ ਵਜੋਂ ਅਸਲੀ ਕਾਰਜਪਾਲਿਕਾ ਦੇ ਵਜੋਂ ਰਾਸ਼ਟਰਪਤੀ ਕੰਮ ਕਰਦਾ ਹੈ। ਰਾਸ਼ਟਰਪਤੀ ਨੇ ਆਪਣੀ ਸਹਾਇਤਾ ਲਈ ਮੰਤਰੀ ਰੱਖੇ ਹੁੰਦੇ ਨੇ,
ਉਹ ਰਾਸ਼ਟਰਪਤੀ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਮੰਤਰੀ ਰੱਖੇ ਤੇ ਜਿਹਨੂੰ ਮਰਜ਼ੀ ਮੰਤਰੀ ਹਟਾ ਦੇ, ਜਦੋਂ ਮਰਜ਼ੀ ਹਟਾ ਦੇ, ਚਾਹੇ ਉਹਦੇ ਤੇ ਥੋੜ੍ਹੀਆਂ ਬਹੁਤ ਪੋਲੀਟੀਕਲ ਓਬਲੀਗੇਸ਼ਨ ਹੈਗੀਆਂ ਨੇ, ਪਰ ਮੋਸਟਲੀ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਹੈ ਉਹ ਸੁਤੰਤਰ ਹੈ। ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਹੈ ਉਹ ਪੂਰੇ ਦੇਸ਼ ਦਾ ਹੀ ਰਾਸ਼ਟਰਪਤੀ ਨਹੀਂ, ਔਰ ਦੁਨੀਆ ਦੀ ਇੱਕ ਅਹਿਮ ਜਿਹੜੀ ਹੈਗੀ ਹੈ ਇੱਕ ਪਾਵਰਫੁਲ ਵਿਅਕਤੀ ਹੁੰਦਾ, ਕਿਉਂਕਿ ਅਮਰੀਕਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵੀ ਹੈ, ਇਹ ਵੀ ਯਾਦ ਰੱਖਣਾ ਚਾਹੀਦਾ ਆਪਾਂ ਨੂੰ। ਜਿਹੜੀ ਅਮਰੀਕਾ ਦੇ ਰਾਸ਼ਟਰਪਤੀ ਦੀ ਇਲੈਕਸ਼ਨ ਹੈ ਉਹ ਚਾਹੇ ਇਨਡਾਇਰੈਕਟ ਹੈ, ਇਨਡਾਇਰੈਕਟ ਇਲੈਕਸ਼ਨ ਆਫ ਦਾ ਪ੍ਰੈਜ਼ੀਡੈਂਟ ਆਫ ਅਮਰੀਕਾ, ਪਰੰਤੂ ਅਸਲ ਦੇ ਵਿੱਚ ਉਹ ਵਿਵਹਾਰਕ ਰੂਪ ਦੇ ਵਿੱਚ ਜਿਹੜੀ ਹੈਗੀ ਆ ਉਹ ਪ੍ਰਤੱਖ ਹੀ ਹੈਗੀ ਆ, ਕਿਉਂਕਿ ਲੋਕ ਰਾਸ਼ਟਰਪਤੀ ਨੂੰ ਦੇਖ ਕੇ ਵੋਟਾਂ ਪਾਉਂਦੇ ਨੇ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਨੂੰ ਚੁਣਨ ਦਾ ਕੀ ਫਾਰਮੂਲਾ ਹੈ ਕਿ ਪੂਰੇ ਦੇਸ਼ ਦੇ ਵਿੱਚੋਂ, ਅਮਰੀਕਾ ਦੇ ਵਿੱਚੋਂ 438 ਜਿਹੜੇ ਹੈਗੇ ਨੇ 538 ਜਿਹੜੇ ਹੈਗੇ ਨੇ ਚੋਣ ਮੰਡਲ ਦੇ ਮੈਂਬਰ ਚੁਣੇ ਜਾਂਦੇ ਨੇ। ਉਹ ਜਿਹੜਾ ਚੋਣ ਮੰਡਲ ਹੈ ਅੱਗੇੋਂ ਵੋਟਾਂ ਪਾ ਕੇ ਰਾਸ਼ਟਰਪਤੀ ਨੂੰ ਚੁਣਦਾ ਹੈ। ਭਾਵ ਇਹ ਇਨਡਾਇਰੈਕਟ ਮੈਥਡ ਹੋ ਗਿਆ ਕਿ ਲੋਕ ਚੋਣ ਮੰਡਲ ਨੂੰ ਚੁਣਦੇ ਨੇ ਤੇ ਚੋਣ ਮੰਡਲ ਰਾਸ਼ਟਰਪਤੀ ਨੂੰ ਚੁਣਦਾ। ਇਹਦਾ ਮਤਲਬ ਇਨਡਾਇਰੈਕਟ ਮੈਥਡ ਹੈ, ਪਰ ਅਸਲ ਦੇ ਵਿੱਚ ਇਹ ਵਿਵਹਾਰਿਕ ਰੂਪ ਦੇ ਵਿੱਚ ਇਹ ਜਿਹੜਾ ਹੈਗਾ ਡਾਇਰੈਕਟ ਮੈਥਡ ਵਰਗੀ ਹੈ, ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਕਿ ਉਹ ਕਿਸ ਪਾਰਟੀ ਦੇ ਚੋਣਕਾਰ ਨੂੰ ਵੋਟ ਪਾ ਰਹੇ ਨੇ, ਜਿਹਨੇ ਅੱਗੋਂ ਰਾਸ਼ਟਰਪਤੀ ਨੂੰ ਵੋਟ ਪਾਉਣੀ ਹੈ। ਸੋ ਇਸ ਕਰਕੇ ਜਿਹੜੀ ਰਾਸ਼ਟਰਪਤੀ ਦੀ ਚੋਣ ਵਿਧੀ ਹੈ ਉਹ ਭਾਵੇਂ ਜਿਹੜੀ ਹੈਗੀ ਆ ਇਨਡਾਇਰੈਕਟ ਰੱਖੀ ਗਈ ਹੈ, ਪਰ ਅਸਲ ਦੇ ਵਿੱਚ ਉਹ ਡਾਇਰੈਕਟ ਵਰਗੀ ਹੈ। ਜਿਹੜਾ ਅਮਰੀਕਾ ਹੈ ਉਹ ਇੱਕ ਗਣਤੰਤਰ ਦੇਸ਼ ਹੈ, ਰਿਪਬਲਿਕ ਕੰਟਰੀ ਹੈ, ਰਿਪਬਲਿਕ ਕਨਸਟੀਟਿਊਸ਼ਨ ਹੈ ਉੱਥੇ। ਰਿਪਬਲਿਕ ਦਾ ਮਤਲਬ ਕੀ ਹੁੰਦਾ ਹੈ? ਜਿਵੇਂ ਆਪਾਂ ਇੰਗਲੈਂਡ ਬਾਰੇ ਪੜ੍ਹਿਆ ਕਿ ਇੰਗਲੈਂਡ ਦੇ ਵਿੱਚ ਮੋਨਾਰਕੀ ਹੈ, ਰਾਜਤੰਤਰ ਹੈ। ਜਿਸ ਦੇਸ਼ ਦਾ ਰਾਜਾ ਜੱਦੀ ਪੁਸ਼ਤੀ ਦੇ ਆਧਾਰ ਤੇ ਆਉਂਦਾ ਹੈ ਉਹ ਮੋਨਾਰਕੀ ਔਰ ਰਾਜਤੰਤਰ ਹੈ। ਜਿਸ ਦੇਸ਼ ਦਾ ਮੁਖੀ ਲੋਕਾਂ ਦੁਆਰਾ ਸਿੱਧੇ ਜਾਂ ਅਸਿੱਧੇ ਰੂਪ 'ਚ ਚੁਣਿਆ ਜਾਂਦਾ ਹੈ ਉਹਨੂੰ ਅਸੀਂ ਗਣਤੰਤਰ ਕਹਿੰਦੇ ਹਾਂ, ਰਿਪਬਲਿਕ ਕਹਿੰਦੇ ਹਾਂ। ਸੋ ਇਸੇ ਕਰਕੇ ਆਪਾਂ ਜਿਹੜਾ ਅਮਰੀਕਾ ਨੂੰ ਕਹਿੰਦੇ ਹਾਂ ਕਿ ਅਮਰੀਕਾ ਇੱਕ ਰਿਪਬਲਿਕ ਕੰਟਰੀ ਹੈ, ਗਣਤੰਤਰੀ ਦੇਸ਼ ਹੈ। ਔਰ ਅਮਰੀਕਾ ਨੇ ਆਪਣੇ ਸੰਵਿਧਾਨ ਦੇ ਵਿੱਚ ਲਿਖਿਆ ਕਿ ਅਮਰੀਕਾ ਦੇ ਰਾਜ ਵੀ ਆਪਣੇ ਆਪ ਨੂੰ ਗਣਤੰਤਰੀ ਬਣਾਉਣਗੇ। ਗਣਤੰਤਰੀ ਭਾਵਨਾ ਦਾ ਜਿਹੜਾ ਹੈਗਾ ਅਮਰੀਕਾ ਦੇ ਲੋਕਾਂ ਦਾ, ਅਮਰੀਕਾ ਦੇ ਸੰਵਿਧਾਨ ਦਾ ਖਾਸ ਵਿਸ਼ਵਾਸ ਹੈ ਉਹਦੇ ਵਿੱਚ। ਅੱਗੇ ਆਪਣਾ ਪੁਆਇੰਟ ਹੈ ਰਾਈਟਸ ਆਫ ਦਾ ਸਿਟੀਜ਼ਨਸ। ਜਦੋਂ ਅਮਰੀਕਾ ਦਾ ਸੰਵਿਧਾਨ ਬਣਿਆ ਸੀ, ਲਾਗੂ ਹੋਇਆ ਸੀ 1799 ਦੇ ਵਿੱਚ, 1789 ਦੇ ਵਿੱਚ, ਉਦੋਂ ਇਹਦੇ ਵਿੱਚ ਬਿੱਲ ਆਫ ਰਾਈਟਸ ਅਧਿਕਾਰ ਨਹੀਂ ਸੀ। ਬਾਅਦ ਦੇ ਵਿੱਚ 1789 ਤੋਂ ਸ਼ੁਰੂ ਕਰਕੇ ਪਹਿਲੀਆਂ 10 ਸੰਵਿਧਾਨਕ ਸੋਧਾਂ ਦੇ ਵਿੱਚ ਅਮਰੀਕਨ ਬਿੱਲ ਆਫ ਰਾਈਟਸ ਭਾਵ ਨਾਗਰਿਕਾਂ ਨੂੰ ਅਧਿਕਾਰ ਦਿੱਤੇ ਗਏ, ਜਿਹੜੇ ਕਿ ਸਮੇਂ-ਸਮੇਂ ਤੇ ਸੋਧਾਂ ਰਾਹੀਂ, ਪਹਿਲੀਆਂ 10 ਸੋਧਾਂ ਰਾਹੀਂ ਦਿੱਤੇ ਗਏ। ਜਿਸ ਤਰ੍ਹਾਂ ਅਮਰੀਕਾ ਦੇ ਨਾਗਰਿਕਾਂ ਨੂੰ ਘੁੰਮਣ ਫਿਰਨ ਦੀ ਆਜ਼ਾਦੀ ਹੈ, ਹਥਿਆਰ ਰੱਖਣ ਦੀ ਆਜ਼ਾਦੀ ਹੈ, ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਅਮਰੀਕਨ ਬਿੱਲ ਆਫ ਰਾਈਟਸ ਉਹ ਬਾਅਦ ਦੇ ਵਿੱਚ ਦਿੱਤੇ ਗਏ ਨੇ। ਉਸ ਤੋਂ ਬਾਅਦ ਹੈਗਾ ਸੈਪਰੇਸ਼ਨ ਆਫ ਪਾਵਰ। ਅਮਰੀਕਾ ਦਾ ਜਿਹੜਾ ਸੰਵਿਧਾਨ ਹੈ ਉਹ 2 ਸਿਧਾਂਤਾਂ ਤੇ ਕੰਮ ਕਰਦਾ ਹੈ। ਉਹ ਦੋਨੋਂ ਤੁਸੀਂ ਯਾਦ ਰੱਖਣੇ ਆ ਸਪੈਸ਼ਲ ਤੌਰ ਤੇ। ਇੱਕ ਤਾਂ ਹੈ ਮੌਂਟੈਸਕਿਊ ਦਾ ਸਿਧਾਂਤ ਸੀਗਾ ਸੈਪਰੇਸ਼ਨ ਆਫ ਪਾਵਰ ਭਾਵ ਸ਼ਕਤੀਆਂ ਦੀ ਅਲੱਗਗੀ। ਦੂਜਾ ਸੀ ਥਿਊਰੀ ਆਫ ਚੈੱਕ ਐਂਡ ਬੈਲੈਂਸ ਕਿ ਰੋਕ ਅਤੇ ਸਮਤੋਲ ਦਾ ਸਿਧਾਂਤ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੈਪਰੇਸ਼ਨ ਆਫ ਪਾਵਰ ਭਾਵ ਸ਼ਕਤੀਆਂ ਦੀ ਅਲੱਗਗੀ। ਜਿਹੜਾ ਹੈਗਾ ਅਮਰੀਕਾ ਦੇ ਸੰਵਿਧਾਨ ਬਣਾਉਣ ਵਾਲਿਆਂ ਨੇ ਸਰਕਾਰ ਦੇ ਤਿੰਨੋਂ ਅੰਗ ਭਾਵ ਕਾਰਜਪਾਲਿਕਾ, ਵਿਧਾਨ ਪਾਲਿਕਾ ਤੇ ਨਿਆਂਪਾਲਿਕਾ, ਸਰਕਾਰ ਦੇ ਤਿੰਨੇ ਅੰਗਾਂ ਨੂੰ ਇਸ ਤਰੀਕੇ ਨਾਲ ਸ਼ਕਤੀਆਂ ਦਿੱਤੀਆਂ ਗਈਆਂ ਨੇ ਕਿ ਉਹਨਾਂ ਤਿੰਨਾਂ ਦੀਆਂ ਸ਼ਕਤੀਆਂ ਅਲੱਗ-ਅਲੱਗ ਨੇ। ਉਹ ਇੱਕ ਦੂਸਰੇ ਦੇ ਵਿੱਚ, ਉਹਨਾਂ ਦਾ ਅਧਿਕਾਰ ਖੇਤਰ ਇੱਕ ਦੂਸਰੇ ਦੇ ਵਿੱਚ ਨਹੀਂ ਆਉਂਦਾ। ਤਿੰਨੇ ਵੱਖਰੇ ਅਧਿਕਾਰ ਖੇਤਰ ਦੇ ਵਿੱਚ ਕੰਮ ਕਰਦੇ ਨੇ। ਜਿਹੜੀ ਵਿਧਾਨ ਪਾਲਿਕਾ ਕੋਲ ਹੈ ਕਾਨੂੰਨ ਬਣਾਉਣ ਦਾ ਅਧਿਕਾਰ। ਜਿਹੜੀ ਵਿਧਾਨ ਪਾਲਿਕਾ ਹੈ ਅਮਰੀਕਾ ਦੀ ਉਹ ਕਾਂਗਰਸ ਹੈ, ਕਾਂਗਰਸ ਦੇ 2 ਸਦਨ ਨੇ, ਉਹਦਾ ਕੰਮ ਹੈ ਕਾਨੂੰਨ ਬਣਾਉਣਾ। ਔਰ ਜਿਹੜੀ ਅਮਰੀਕਾ ਦੀ ਕਾਰਜਪਾਲਿਕਾ ਹੈ ਉਹ ਰਾਸ਼ਟਰਪਤੀ ਹੈ, ਰਾਸ਼ਟਰਪਤੀ ਦਾ ਕੰਮ ਹੈ ਕਾਨੂੰਨਾਂ ਅਨੁਸਾਰ ਸ਼ਾਸਨ ਕਰਨਾ, ਕਾਨੂੰਨਾਂ ਨੂੰ ਲਾਗੂ ਕਰਨਾ। ਔਰ ਜਿਹੜੀ ਉੱਥੋਂ ਦੀ ਸੁਪਰੀਮ ਕੋਰਟ ਹੈ ਉਹਦਾ ਕੰਮ ਹੈ ਕਾਨੂੰਨਾਂ ਅਨੁਸਾਰ ਨਿਆਂ ਕਰਨਾ। ਤਾਂ ਉਹ ਤਿੰਨੋਂ ਆਪਣੇ ਸਪੀਅਰ ਦੇ ਵਿੱਚ ਕੰਮ ਕਰਦੇ ਨੇ। ਉਹਨਾਂ ਦੇ ਵਿੱਚ ਸ਼ਕਤੀਆਂ ਦੀ ਅਲੱਗਗੀ ਹੈ, ਤਿੰਨਾਂ ਦੀਆਂ ਸ਼ਕਤੀਆਂ ਅਲੱਗ-ਅਲੱਗ ਨੇ। ਪਰ ਜਿਹੜੀ ਥਿਊਰੀ ਆਫ ਚੈੱਕ ਐਂਡ ਬੈਲੈਂਸ ਹੈ ਇਹਦਾ ਮਤਲਬ ਇਹ ਹੈ ਕਿ ਸੰਵਿਧਾਨ ਬਣਾਉਂਦੇ ਸਮੇਂ ਜਿਹੜੀਆਂ ਤਿੰਨਾਂ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਨੇ ਉਹ ਇਸ ਤਰ੍ਹਾਂ ਦਿੱਤੀਆਂ ਗਈਆਂ ਨੇ, ਅਲੱਗ-ਅਲੱਗ ਦਿੱਤੀਆਂ ਗਈਆਂ ਨੇ ਕਿ ਉਹ ਤਿੰਨੇ ਜਿਹੜੇ ਅੰਗ ਨੇ ਸਰਕਾਰ ਦੇ ਉਹ ਇੱਕ ਦੂਜੇ ਦੇ ਉੱਤੇ ਰੋਕ ਲਾ ਕੇ ਰੱਖਦੇ ਨੇ, ਇੱਕ ਦੂਜੇ ਨੂੰ ਮਨਮਾਨੀ ਨਹੀਂ ਕਰਨ ਦਿੰਦੇ। ਔਰ ਇਸੇ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਰੋਕ ਲਾ ਕੇ ਰੱਖਦੇ ਨੇ ਤੇ ਬੈਲੈਂਸ ਬਣਾ ਕੇ ਰੱਖਦੇ ਨੇ। ਇਸੇ ਕਰਕੇ ਅਮਰੀਕਾ ਦੇ ਕਨਸਟੀਟਿਊਸ਼ਨ ਬਾਰੇ ਆਪਾਂ ਕਹਿੰਦੇ ਹਾਂ ਕਿ ਰੋਕ ਤੇ ਸਮਤੋਲ ਦੇ ਸਿਧਾਂਤ ਨੂੰ ਲਾਗੂ ਕਰਦਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸੈਪਰੇਟ ਕਨਸਟੀਟਿਊਸ਼ਨ ਫਾਰ ਦਾ ਸਟੇਟਸ। ਅਮਰੀਕਾ ਦੇ ਵਿੱਚ ਜਿੰਨੇ ਵੀ ਰਾਜ ਨੇ ਉਹਨਾਂ ਦੇ ਆਪਣੇ ਵੱਖਰੇ ਸੰਵਿਧਾਨ ਨੇ। ਇਹ ਸੰਘੀ ਰਾਜ ਦਾ ਇੱਕ ਵੱਖਰਾ ਗੁਣ ਹੈ ਅਮਰੀਕਾ ਦੇ ਵਿੱਚ। ਜਿਵੇਂ ਭਾਰਤ ਵਿੱਚ ਵੀ ਸੰਘੀ ਰਾਜ ਹੈ, ਫੈਡਰਲ ਕੰਟਰੀ ਹੈ, ਪਰ ਇੱਥੇ ਰਾਜਾਂ ਦੇ ਵੱਖਰੇ ਸੰਵਿਧਾਨ ਨਹੀਂ ਹੈਗੇ।
ਅਮਰੀਕਾ ਦੇ ਵਿੱਚ ਜਿੰਨੇ ਵੀ ਰਾਜ ਨੇ ਉਹਨਾਂ ਦੇ ਆਪਣੇ ਵੱਖਰੇ ਸੰਵਿਧਾਨ ਨੇਗੇ। ਜਿਹੜਾ ਕੇਂਦਰੀ ਸੰਵਿਧਾਨ ਹੈ ਉਹ ਸਿਰਫ ਫੈਡਰਲ ਕਨਸਟੀਟਿਊਸ਼ਨ ਹੈ, ਫੈਡਰਲ ਸਿਸਟਮ ਦੀ ਗੱਲ ਕਰਦਾ। ਰਾਜਾਂ ਦਾ ਜਿਹੜਾ ਅੰਦਰੂਨੀ ਸਿਸਟਮ ਹੈ ਉਹ ਰਾਜਾਂ ਦੇ ਵੱਖਰੇ ਸੰਵਿਧਾਨਾਂ ਦੇ ਵਿੱਚ ਦਿੱਤਾ ਗਿਆ। ਉਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਬਾਈਕੈਮਰਲ ਲੈਜਿਸਲੇਚਰ ਹੈਗੀ, ਉਹਦੀ ਦੋ ਸਦਨੀ ਵਿਧਾਨ ਪਾਲਿਕਾ ਹੈਗੀ ਹੈ ਅਮਰੀਕਾ ਦੀ। ਅਮਰੀਕਾ ਦੀ ਜਿਹੜੀ ਕਾਂਗਰਸ ਹੈਗੀ ਆ ਉਹਦੇ 2 ਸਦਨ ਨੇਗੇ, ਇੱਕ ਹੈਗਾ ਸੈਨੇਟ ਜਿਹਦੇ 100 ਮੈਂਬਰ ਨੇ, ਇੱਕ ਹੈਗਾ ਪ੍ਰਤੀਨਿਧੀ ਸਦਨ ਜਿਹਦੇ 435 ਮੈਂਬਰ ਨੇ। ਸੈਨੇਟ ਹੈ ਜਿਹੜੀ ਅਮਰੀਕਾ ਦੀ ਇਸ ਤਰੀਕੇ ਨਾਲ ਬਣਾਈ ਗਈ ਸੀ ਕਿ ਇਹਦੇ ਵਿੱਚ ਹਰੇਕ ਰਾਜ ਨੂੰ ਬਰਾਬਰ ਦੀ ਪ੍ਰਤੀਨਿਧਤਾ ਮਿਲੇ। ਭਾਵ ਅਮਰੀਕਾ ਦੇ 50 ਰਾਜ ਨੇ, ਚਾਹੇ ਕੋਈ ਵੱਡਾ ਰਾਜ ਹੈ ਚਾਹੇ ਕੋਈ ਛੋਟਾ ਰਾਜ ਹੈ, ਹਰੇਕ ਰਾਜ ਸੈਨੇਟ ਦੇ ਵਿੱਚ 2 ਮੈਂਬਰ ਭੇਜੇਗਾ। ਇਸੇ ਕਰਕੇ ਇਹਦਾ ਜਿਹੜਾ ਕਾਰਜਕਾਲ ਵੀ ਲੰਬਾ ਹੈਗਾ 6 ਸਾਲਾਂ ਦੇ ਸਮੇਂ ਲਈ ਸੈਨੇਟ ਚੁਣੀ ਜਾਂਦੀ ਹੈ। ਇਹਦੇ 1/3 ਮੈਂਬਰ ਹਰ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਨੇ ਭਾਰਤ ਦੀ ਜਿਹੜੀ ਰਾਜ ਸਭਾ ਹੈ ਉਹਦੀ ਤਰਜ਼ ਦੇ ਉੱਤੇ। ਸੋ ਇਹਦਾ ਮਤਲਬ ਕੀ ਹੈਗਾ ਕਿ ਅਮਰੀਕਾ ਦੇ ਵਿੱਚ ਜਿਹੜੀ ਸੈਨੇਟ ਆ ਉਹਨੂੰ ਕਾਫੀ ਸ਼ਕਤੀਸ਼ਾਲੀ ਬਣਾਇਆ ਗਿਆ। ਕਾਰਜਪਾਲਿਕਾ ਦੀਆਂ ਜਿਹੜੀਆਂ ਨਿਯੁਕਤੀਆਂ ਕਰਨ ਦੀ ਸ਼ਕਤੀ ਹੈ, ਸੰਧੀਆਂ ਸਮਝੌਤੇ ਕਰਨ ਦੀ ਸ਼ਕਤੀ ਹੈ, ਉਹਦੀ ਪ੍ਰਵਾਨਗੀ ਕਾਰਜਪਾਲਿਕਾ ਨੂੰ ਸੈਨੇਟ ਤੋਂ ਲੈਣੀ ਪੈਂਦੀ ਹੈ। ਇਸ ਕਰਕੇ ਸੈਨੇਟ ਹੈ ਜਿਹੜੀ ਉਹ ਕਾਰਜਪਾਲਿਕਾ ਤੇ ਕੰਟਰੋਲ ਦੇ ਮਾਮਲੇ ਦੇ ਵਿੱਚ ਪ੍ਰਤੀਨਿਧੀ ਸਦਨ ਤੋਂ ਉੱਪਰ ਹੈਗੀ ਆ ਔਰ ਇਹ ਕਾਫੀ ਸ਼ਕਤੀਸ਼ਾਲੀ ਹਾਊਸ ਹੈ, ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਉੱਪਰਲਾ ਸਦਨ। ਇਸ ਤਰ੍ਹਾਂ ਦਾ ਕੁਐਸਚਨ ਵੀ ਪੇਪਰ ਦੇ ਵਿੱਚ ਆ ਸਕਦਾ ਹੈ ਸੈਨੇਟ ਬਾਰੇ। ਸੋ ਜਿਹੜਾ ਇਹ ਬਾਈਕੈਮਰਲ ਲੈਜਿਸਲੇਚਰ ਹੈ, 2 ਸਦਨ ਨੇ ਜਿਵੇਂ ਮੈਂ ਗੱਲ ਕੀਤੀ ਹੈ, ਔਰ ਇਹ ਦੋਹਰੀ ਵਿਧਾਨ ਪਾਲਿਕਾ ਹੈਗੀ ਹੈ ਅਮਰੀਕਾ ਦੇ ਵਿੱਚ। ਕਾਂਗਰਸ ਦੇ 2 ਸਦਨ ਨੇ ਔਰ ਸੈਨੇਟ ਮੋਰ ਪਾਵਰਫੁਲ, ਜਿਵੇਂ ਕਿ ਮੈਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਸੈਨੇਟ ਹੈ ਉਹ ਜ਼ਿਆਦਾ ਸ਼ਕਤੀਸ਼ਾਲੀ ਹੈ। 6 ਸਾਲ ਦਾ ਸਮਾਂ ਹੈ, ਇਹਦੇ ਮੁਕਾਬਲੇ ਪ੍ਰਤੀਨਿਧੀ ਸਦਨ ਦਾ ਸਮਾਂ ਬਿਲਕੁਲ ਛੋਟਾ ਹੈ, 2 ਸਾਲ ਦਾ ਹੈ। ਸੈਨੇਟ ਦੇ ਵਿੱਚ ਅਮਰੀਕਾ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦੇ ਵੱਡੇ ਨੇਤਾ ਚੁਣੇ ਜਾਂਦੇ ਨੇ। ਹਰ ਰਾਜ ਦੇ ਵਿੱਚੋਂ 2 ਚੁਣ ਕੇ ਆਉਂਦੇ ਨੇ ਔਰ 6 ਸਾਲ ਦੇ ਸਮੇਂ ਲਈ ਚੁਣੇ ਜਾਂਦੇ ਨੇ। ਰਾਸ਼ਟਰਪਤੀ ਦੀਆਂ ਸੰਧੀਆਂ ਸਮਝੌਤੇ ਤੇ ਨਿਯੁਕਤੀਆਂ ਕਰਨ ਦੀ ਸ਼ਕਤੀ ਤੇ ਸੈਨੇਟ ਰੋਕ ਲਾ ਕੇ ਰੱਖਦਾ ਹੈ ਜਾਂ ਚੈੱਕ ਰੱਖਦਾ ਉਹਦੇ ਤੇ। ਇਸੇ ਕਰਕੇ ਸੈਨੇਟ ਨੂੰ ਜ਼ਿਆਦਾ ਸ਼ਕਤੀਸ਼ਾਲੀ ਮੰਨਿਆ ਗਿਆ। ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਡਿਊਲ ਸਿਟੀਜ਼ਨਸ਼ਿਪ ਦੀ। ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਅਮਰੀਕਾ ਇੱਕ ਸੰਘੀ ਰਾਜ ਹੈ। ਸੰਘੀ ਰਾਜ ਦੇ ਵਿੱਚ ਇਹਨਾਂ ਨੇ ਰਾਜਾਂ ਨੂੰ ਵੱਖਰੀ ਨਾਗਰਿਕਤਾ ਦਿੱਤੀ ਹੈ ਕਿ ਪਹਿਲਾਂ ਕੋਈ ਵੀ ਵਿਅਕਤੀ ਉਸ ਰਾਜ ਦਾ ਨਾਗਰਿਕ ਹੈ, ਫਿਰ ਉਹ ਅਮਰੀਕਾ ਦਾ ਨਾਗਰਿਕ ਹੈ। ਹਰੇਕ ਰਾਜ ਇਹ ਮਾਣ ਕਰਦਾ ਹੈ ਕਿ ਮੈਂ ਆਪਣੀ ਸਟੇਟ ਦਾ ਨਾਗਰਿਕ ਪਹਿਲਾਂ, ਕਿਉਂਕਿ ਅਮਰੀਕਾ ਜਦੋਂ ਬਣਿਆ ਸੀ ਤਾਂ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਬਣਾ ਕੇ ਬਣਿਆ ਸੀ। 13 ਬਸਤੀਆਂ ਸੀਗੀਆਂ ਅਮਰੀਕਾ ਦੇ ਵਿੱਚ ਜਿਨ੍ਹਾਂ ਨੂੰ ਇਕੱਠਾ ਕਰਕੇ ਅਮਰੀਕਾ ਦਾ ਰਾਜ ਬਣਾਇਆ ਗਿਆ ਸੀ। ਔਰ ਉਹ ਬਸਤੀਆਂ ਚਾਹੁੰਦੀਆਂ ਸੀ ਕਿ ਸਾਡੀ ਜਿਹੜੀ ਇੰਟਰਨਲ ਆਜ਼ਾਦੀ ਹੈ ਉਹਦੇ ਤੇ ਕੋਈ ਹਮਲਾ ਨਾ ਹੋਵੇ, ਇੰਟਰਨਲੀ ਅਸੀਂ ਆਜ਼ਾਦ ਹੋਈਏ, ਫਿਰ ਹੀ ਅਸੀਂ ਅਮਰੀਕਾ ਦੇ ਵਿੱਚ ਸ਼ਾਮਲ ਹੋ ਸਕਦੇ ਹਾਂ। ਸੋ ਉਸ ਦੇ ਲਈ ਇਹਨਾਂ ਨੂੰ ਜਿਹੜੀ ਹੈਗੀ ਡਿਊਲ ਸਿਟੀਜ਼ਨਸ਼ਿਪ, ਦੋਹਰੀ ਨਾਗਰਿਕਤਾ ਦਿੱਤੀ ਗਈ ਹੈ। ਇਸ ਤੋਂ ਅਗਲਾ ਪੁਆਇੰਟ ਹੈਗਾ ਆਪਣਾ ਜੁਡੀਸ਼ੀਅਲ ਰਿਵਿਊ, ਜਿਹਨੂੰ ਆਪਾਂ ਪੰਜਾਬੀ 'ਚ ਨਿਆਇਕ ਪੁਨਰ ਨਿਰੀਖਣ ਕਹਿ ਦਿੰਦੇ ਹਾਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਅਮਰੀਕਾ ਦਾ ਜਿਹੜਾ ਸੰਵਿਧਾਨ ਹੈਗਾ ਉਹਦੇ ਵਿੱਚ ਸੈਪਰੇਸ਼ਨ ਆਫ ਪਾਵਰ ਹੈ, ਸ਼ਕਤੀਆਂ ਦੀ ਅਲੱਗਗੀ ਹੈ। ਉਸ ਦੇ ਮੁਤਾਬਿਕ ਜਿਹੜਾ ਅਮਰੀਕਾ ਦੀ ਨਿਆਂਪਾਲਿਕਾ ਹੈ ਉਹ ਅਮਰੀਕੀ ਕਾਂਗਰਸ ਦੁਆਰਾ ਬਣਾਏ ਗਏ ਕਿਸੇ ਕਾਨੂੰਨ ਨੂੰ ਜਾਂ ਅਮਰੀਕੀ ਰਾਸ਼ਟਰਪਤੀ ਦੇ ਕਿਸੇ ਕਾਰਜਕਾਰੀ ਆਦੇਸ਼ ਨੂੰ ਸੰਵਿਧਾਨ ਦੀ ਕਸੌਟੀ ਤੇ ਪਰਖ ਸਕਦੇ ਨੇ। ਕਿਉਂਕਿ ਜਿਵੇਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਅਮਰੀਕਾ ਦੇ ਵਿੱਚ ਸੰਵਿਧਾਨ ਸਰਵਉੱਚ ਹੈ। ਜੇਕਰ ਇਹ ਦੋਵੇਂ ਸੰਸਥਾਵਾਂ ਸੰਵਿਧਾਨ ਦੇ ਵਿਰੁੱਧ ਕੋਈ ਕਾਨੂੰਨ ਬਣਾਉਂਦੀਆਂ ਨੇ ਤਾਂ ਅਮਰੀਕਾ ਦੀ ਨਿਆਂਪਾਲਿਕਾ ਇਸ ਤਰ੍ਹਾਂ ਦੇ ਕਾਨੂੰਨ ਨੂੰ ਰੱਦ ਕਰ ਸਕਦੀ ਹੈ ਕਿ ਸੰਵਿਧਾਨ ਦੀ ਉਲੰਘਣਾ ਹੈ, ਸੰਵਿਧਾਨ ਦੇ ਖਿਲਾਫ ਹੈ। ਇਸ ਚੀਜ਼ ਨੂੰ ਆਪਾਂ ਨਿਆਇਕ ਪੁਨਰ ਨਿਰੀਖਣ ਦਾ ਨਾਂ ਦਿੰਦੇ ਹਾਂ, ਜੁਡੀਸ਼ੀਅਲ ਰਿਵਿਊ ਕਹਿੰਦੇ ਹਾਂ। ਔਰ ਬੜੀ ਇੰਟਰਸਟਿੰਗ ਗੱਲ ਹੈ ਕਿ ਅਮਰੀਕਾ ਦਾ ਸੰਵਿਧਾਨ ਭਾਵੇਂ ਲਿਖਿਆ ਹੋਇਆ ਪਰ ਫਿਰ ਵੀ ਇੱਥੇ ਕੁਝ ਕਨਵੈਨਸ਼ਨ ਚੱਲਦੀਆਂ ਨੇ। ਜਿਸ ਤਰ੍ਹਾਂ ਇੱਕ ਕਨਵੈਨਸ਼ਨ ਹੈ ਸੈਨੇਟ ਦੇ ਵਿੱਚ ਜਿਹਨੂੰ ਅਸੀਂ ਸੈਂਟੋਰੀਅਲ ਸਿਸ਼ਟਾਚਾਰ ਕਹਿੰਦੇ ਹਾਂ, ਜਿਹਨੂੰ ਅਸੀਂ ਸੈਂਟੋਰੀਅਲ ਕਾਰਟਸੀ ਦੇ ਨਾਂ ਨਾਲ ਜਾਣਦੇ ਹਾਂ। ਇਹਦਾ ਮਤਲਬ ਇਹ ਹੈ ਕਿ ਜਦੋਂ ਰਾਸ਼ਟਰਪਤੀ ਕਿਸੇ ਰਾਜ ਵਿੱਚ ਕੋਈ ਨਿਯੁਕਤੀ ਕਰਦਾ ਹੈ ਔਰ ਉਸ ਰਾਜ ਦੀ ਨਿਯੁਕਤੀ ਦੀ ਪ੍ਰਵਾਨਗੀ ਰਾਸ਼ਟਰਪਤੀ ਨੂੰ ਸੈਨੇਟ ਤੋਂ ਲੈਣੀ ਪੈਂਦੀ ਹੈ, ਤਾਂ ਸੈਨੇਟ ਦੇ ਮੈਂਬਰ ਨਿਯੁਕਤੀ ਦੀ ਪ੍ਰਵਾਨਗੀ ਦਿੰਦੇ ਸਮੇਂ ਉਸ ਰਾਜ ਦੇ 2 ਸੈਨੇਟ ਮੈਂਬਰਾਂ ਤੋਂ ਪੁੱਛਦੇ ਨੇ ਕਿ ਤੁਹਾਡੇ ਨਾਲ ਰਾਸ਼ਟਰਪਤੀ ਨੇ ਕੋਈ ਸਲਾਹ ਮਸ਼ਵਰਾ ਕੀਤਾ ਜਾਂ ਤੁਹਾਨੂੰ ਰਾਸ਼ਟਰਪਤੀ ਦੀਆਂ ਇਹ ਨਿਯੁਕਤੀਆਂ ਠੀਕ ਲੱਗਦੀਆਂ ਨੇ, ਪ੍ਰਵਾਨ ਕਰ ਦਈਏ। ਤਾਂ ਜੇਕਰ ਉਹ 2 ਮੈਂਬਰ ਕਹਿ ਦਿੰਦੇ ਨੇ ਕਿ ਹਾਂ ਠੀਕ ਹੈ ਜੀ ਪ੍ਰਵਾਨ ਕਰ ਦਿਓ, ਤਾਂ ਉਹ ਪ੍ਰਵਾਨ ਕਰ ਲਏ ਜਾਂਦੇ ਨੇ। ਅਦਰਵਾਈਜ਼ ਜੇਕਰ ਉਹ 2 ਮੈਂਬਰ ਰਾਜੀ ਨਹੀਂ ਹੈ ਤਾਂ ਮੋਸਟਲੀ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਨੂੰ ਸੈਨੇਟ ਰੱਦ ਕਰ ਦਿੰਦਾ। ਇਹ ਕਿਤੇ ਲਿਖਤੀ ਪ੍ਰੋਵੀਜ਼ਨ ਨਹੀਂ ਹੈ, ਬਸ ਇੱਕ ਕਨਵੈਨਸ਼ਨ ਹੈ, ਇੱਕ ਪਰੰਪਰਾ ਹੈ ਜਿਹੜੀ ਅਮਰੀਕਾ ਦੇ ਵਿੱਚ ਚੱਲ ਰਹੀ ਹੈ। 2 ਪਾਰਟੀ ਸਿਸਟਮ ਹੈ ਅਮਰੀਕਾ ਦੇ ਵਿੱਚ। ਅਮਰੀਕਾ ਦੇ ਵਿੱਚ 2 ਪਾਰਟੀ ਪ੍ਰਣਾਲੀ ਹੈ। ਇਹਦੇ ਵਿੱਚ ਆਪਾਂ ਕਹਿ ਸਕਦੇ ਕਿ ਇੱਕ ਡੈਮੋਕ੍ਰੈਟਿਕ ਪਾਰਟੀ ਹੈ ਔਰ ਇੱਕ ਰਿਪਬਲਿਕ ਪਾਰਟੀ ਹੈ। 2 ਹੀ ਪਾਰਟੀਆਂ ਚੱਲੀਆਂ ਆ ਰਹੀਆਂ ਨੇ। ਭਾਵੇਂ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਸਮੇਂ-ਸਮੇਂ ਤੇ ਬਹੁਤ ਸਾਰੀਆਂ ਪਾਰਟੀਆਂ ਅਮਰੀਕਾ ਦੇ ਵਿੱਚ ਪੈਦਾ ਹੁੰਦੀਆਂ ਰਹੀਆਂ ਨੇ। ਪਾਪੂਲਿਸਟ ਪਾਰਟੀ ਵੀ ਬਣੀ ਹੈ, ਕਮਿਊਨਿਸਟ ਪਾਰਟੀ ਵੀ ਬਣੀ ਹੈ,
ਪਰ ਫਿਰ ਵੀ ਲੋਕਾਂ ਨੇ ਜਿਹੜਾ ਜ਼ਿਆਦਾ ਵਿਸ਼ਵਾਸ ਹੈ ਇਹਨਾਂ ਦੋ ਪਾਰਟੀਆਂ ਤੇ ਦਿੱਤਾ ਹੈਗਾ, ਡੈਮੋਕ੍ਰੈਟਿਕ ਪਾਰਟੀ ਤੇ ਰਿਪਬਲਿਕ ਪਾਰਟੀ। ਇਹ ਦੋਨੋਂ ਪਾਰਟੀਆਂ ਲਗਭਗ ਵਿਚਾਰਧਾਰਾ ਦੇ ਮਸਲੇ ਤੇ ਇੱਕੋ ਜਿਹੀਆਂ ਨੇ, ਕੋਈ ਬਹੁਤਾ ਇਹਨਾਂ ਦੇ ਵਿੱਚ ਡਿਫਰੈਂਸ ਨਹੀਂ ਹੈਗਾ। ਪਰ ਫਿਰ ਵੀ ਸੰਵਿਧਾਨ ਬਣਨ ਸਮੇਂ ਇੱਕ ਧੜਾ ਸੰਘ ਦੇ ਪੱਖ ਵਿੱਚ ਸੀ, ਜ਼ਿਆਦਾ ਸ਼ਕਤੀਆਂ ਦੇਣ ਦੇ ਪੱਖ ਵਿੱਚ, ਇੱਕ ਰਾਜਾਂ ਨੂੰ ਜ਼ਿਆਦਾ ਸ਼ਕਤੀਆਂ ਦੇਣ ਦੇ ਪੱਖ ਵਿੱਚ ਸੀ। ਬਸ ਇਸੇ ਬੇਸਿਕ ਡਿਫਰੈਂਸ ਕਰਕੇ ਦੋ ਅਲੱਗ-ਅਲੱਗ ਪਾਰਟੀਆਂ ਬਣੀਆਂ ਨੇਗੀਆਂ। ਲਿਬਰਲ ਡੈਮੋਕ੍ਰੇਸੀ, ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਲਿਬਰਲ ਡੈਮੋਕ੍ਰੇਸੀ ਦਾ ਜਿਹੜਾ ਹੈਗਾ ਨੇਤਾ ਹੈ। ਪੂਰੀ ਦੁਨੀਆ ਦੇ ਵਿੱਚ ਲਿਬਰਲਿਜ਼ਮ ਲਾਗੂ ਕਰਨਾ ਚਾਹੁੰਦਾ ਹੈ। ਪੂਰੇ ਅਮਰੀਕਾ ਦੇ ਵਿੱਚ ਲਿਬਰਲ ਡੈਮੋਕ੍ਰੇਸੀ ਹੈ। ਲਿਬਰਲ ਡੈਮੋਕ੍ਰੇਸੀ ਦਾ ਭਾਵ ਕਿ ਵਿਅਕਤੀਗਤ ਸੁਤੰਤਰਤਾ, ਵਿਅਕਤੀ ਨੂੰ ਹਰ ਖੇਤਰ ਦੇ ਵਿੱਚ ਸੁਤੰਤਰਤਾ ਦੇ ਕੇ ਰੱਖਣੀ। ਆਰਥਿਕ ਖੇਤਰ ਦੇ ਵਿੱਚ ਵੀ ਵਿਅਕਤੀ ਨੂੰ ਖੁੱਲ੍ਹਾ ਛੱਡ ਦੇਣ ਦੀ ਨੀਤੀ ਹੈ, ਜਿਹੜੀ ਉਹਨੂੰ ਅਸੀਂ ਲਿਬਰਲ ਕਹਿੰਦੇ ਹਾਂ, ਲਿਬਰਲਿਜ਼ਮ ਕਹਿੰਦੇ ਹਾਂ। ਤਾਂ ਅਮਰੀਕਾ ਇਸ ਨੀਤੀ ਦਾ ਸਭ ਤੋਂ ਵੱਡਾ ਸਮਰਥਕ ਹੈ। ਔਰ ਅਮਰੀਕਾ ਇਹਦੇ ਨਾਲ ਜਿਹੜਾ ਕਮਿਊਨਿਜ਼ਮ ਹੈ ਜਾਂ ਸੋਸ਼ਲਿਜ਼ਮ ਕਹਿ ਦਿੰਦੇ ਆਪਾਂ, ਉਹਦਾ ਸਭ ਤੋਂ ਵੱਡਾ ਵਿਰੋਧੀ ਵੀ ਹੈ, ਜਿਹੜੀ ਸੋਸ਼ਲਿਜ਼ਮ ਦੀ ਜਿਹੜੀ ਵਿਚਾਰਧਾਰਾ ਹੈ। ਔਰ ਅਮਰੀਕਾ ਦੀ ਜਿਹੜੀ ਪੋਲੀਟੀਕਲ ਸਿਸਟਮ ਹੈ, ਇਹਦੇ ਵਿੱਚ ਬਹੁਤ ਸਾਰੇ ਪ੍ਰੈਸ਼ਰ ਗਰੁੱਪ ਨੇ, ਟੂ ਮੈਨੀ ਪ੍ਰੈਸ਼ਰ ਗਰੁੱਪਸ। ਔਰ ਇਹ ਪ੍ਰੈਸ਼ਰ ਗਰੁੱਪ ਜਿਹੜੇ ਹੈਗੇ ਦੇਸ਼ ਦੀ ਰਾਜਧਾਨੀ ਵਿੱਚ ਬੈਠਦੇ ਨੇ, ਸਰਕਾਰ ਤੇ ਸਿੱਧੇ ਅਸਿੱਧੇ ਤਰੀਕੇ ਨਾਲ ਦਬਾਅ ਪਾਉਂਦੇ ਨੇ, ਆਪਣੀਆਂ ਮੰਗਾਂ ਮਨਵਾਉਣ ਦੇ ਲਈ ਦਬਾਅ ਪਾਉਂਦੇ ਨੇ। ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਨੇ ਔਰ ਇਹਨਾਂ ਦਾ ਪ੍ਰਭਾਵ ਅਮਰੀਕਾ ਦੀ ਰਾਜਨੀਤੀ ਵਿੱਚ ਕਾਫੀ ਹੈ। ਜਿਵੇਂ ਇੱਕ ਵਿਦਵਾਨ ਨੇ ਕਿਹਾ, ਜੇਕਰ 3 ਵੱਖ-ਵੱਖ ਖੇਤਰਾਂ ਦੇ ਅਮਰੀਕਨ ਸਿਟੀਜ਼ਨ ਨੂੰ ਇੱਕ ਕਮਰੇ 'ਚ ਬੰਦ ਕਰ ਦਈਏ ਤਾਂ ਉਹ ਵੀ ਆਪਣਾ ਕੋਈ ਨਾ ਕੋਈ ਪ੍ਰੈਸ਼ਰ ਗਰੁੱਪ ਬਣਾ ਲੈਣਗੇ। ਸੋ ਇਸੇ ਕਰਕੇ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਪ੍ਰੈਸ਼ਰ ਗਰੁੱਪ ਦਾ ਬਹੁਤ ਵੱਡਾ ਅਹਿਮ ਰੋਲ ਹੈ ਔਰ ਕਾਫੀ ਵੱਡਾ ਸਥਾਨ ਹੈਗਾ। ਔਰ ਇਹ ਪ੍ਰੈਸ਼ਰ ਗਰੁੱਪਸ ਨਾਲ ਜੁੜਦੀ ਗੱਲ ਹੈਗੀ ਇੱਕ ਲੌਬਿੰਗ। ਅਮਰੀਕਾ ਦੇ ਸੰਵਿਧਾਨ ਨੇ ਲੌਬਿੰਗ ਨੂੰ ਜਿਹੜਾ ਹੈਗਾ ਕਾਨੂੰਨੀ ਦਰਜਾ ਦਿੱਤਾ ਹੋਇਆ। ਲੌਬਿੰਗ ਦਾ ਮਤਲਬ ਹੈ ਕਿ ਕਾਂਗਰਸ ਦੇ ਮੈਂਬਰਾਂ ਤੇ ਪ੍ਰਭਾਵ ਪਾਉਣ ਦੀ ਨੀਤੀ, ਕਿ ਜਿੰਨੇ ਵੀ ਪ੍ਰੈਸ਼ਰ ਗਰੁੱਪਸ ਨੇ ਜਾਂ ਜਿੰਨੀਆਂ ਵੀ ਪ੍ਰਾਈਵੇਟ ਕੰਪਨੀਆਂ ਨੇ ਜਾਂ ਜਿੰਨੇ ਵੀ ਉਦਯੋਗਿਕ ਵੈਂਚਰਸ ਹੈਗੇ ਨੇ, ਉਹ ਸਾਰੇ ਸਰਕਾਰ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਉੱਥੇ ਇੱਕ ਫੰਡ ਰੱਖਿਆ ਜਾਂਦਾ ਜਿਹੜਾ ਹੈਗਾ ਬਜਟ ਦੇ ਵਿੱਚ, ਜਿਹੜਾ ਕਿ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਵਾਸਤੇ ਹੁੰਦਾ। ਤਾਂ ਉਹ ਫੰਡ ਦਾ ਵੱਡਾ ਤੋਂ ਵੱਡਾ ਹਿੱਸਾ ਲੈਣ ਦੇ ਲਈ ਪ੍ਰਾਈਵੇਟ ਕੰਪਨੀਆਂ ਦੇ ਜਿਹੜੇ ਏਜੰਟਸ ਨੇਗੇ ਉਹ ਲੌਬਿੰਗ ਕਰਦੇ ਨੇਗੇ, ਉਹ ਸਰਕਾਰ ਦੇ ਲੌਬਿੰਗ ਕਰਦੇ ਨੇ, ਸਰਕਾਰ ਤੇ ਪ੍ਰਭਾਵ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ। ਔਰ ਲੌਬਿੰਗ ਇੱਥੇ ਅਮਰੀਕਾ ਦੇ ਵਿੱਚ ਕਾਫੀ ਵੱਡੀ ਪੱਧਰ ਤੇ ਹੈ। ਔਰ ਕਈ ਵਾਰ ਤਾਂ ਇਵੇਂ ਹੁੰਦਾ ਹੈ ਕਿ ਜਿਹੜੇ ਕਾਂਗਰਸ ਦੇ ਮੈਂਬਰ ਨੇ ਉਹ ਵੀ ਵੱਖ-ਵੱਖ ਕੰਪਨੀਆਂ ਦੁਆਰਾ ਜਾਂ ਵੱਖ-ਵੱਖ ਗਰੁੱਪਾਂ ਦੇ ਹੱਕ ਦੇ ਵਿੱਚ ਲੌਬਿੰਗ ਕਰਦੇ ਨੇ। ਔਰ ਇਹਦੇ ਬਦਲੇ ਦੇ ਵਿੱਚ ਉਹ ਕੰਪਨੀਆਂ ਜਾਂ ਉਹ ਗਰੁੱਪ ਨੇ ਜਿਹੜੇ ਉਹਨਾਂ ਜਿਹੜੇ ਕਾਂਗਰਸ ਦੇ ਮੈਂਬਰ ਨੇ, ਉਹਨਾਂ ਦਾ ਕਾਰਜਕਾਲ ਖਤਮ ਹੋਣ ਤੋਂ ਜਾਂ ਇਨ ਬਿਟਵੀਨ ਹੀ ਕਈ ਵਾਰੀ ਉਹਨਾਂ ਨੂੰ ਵੱਡੇ ਅਹੁਦਿਆਂ ਦੀ ਪੇਸ਼ਕਸ਼ ਕਰਦੇ ਨੇ। ਔਰ ਕਈ ਵਾਰੀ ਉਹ ਵੱਡੇ ਅਹੁਦੇ ਦਿੰਦੇ ਵੀ ਨੇ ਔਰ ਕਈ ਵਾਰੀ ਵੱਡੇ ਅਹੁਦੇ ਹਾਸਲ ਉੱਥੋਂ ਦੇ ਜਿਹੜੇ ਕਾਂਗਰਸ ਦੇ ਮੈਂਬਰ ਨੇ ਉਹ ਕਰਦੇ ਵੀ ਨੇ। ਸੋ ਇਸ ਕਿਸਮ ਦਾ ਜਿਹੜਾ ਹੈਗਾ ਅਮਰੀਕਾ ਦੇ ਵਿੱਚ ਲੌਬਿੰਗ ਨੂੰ ਕਾਨੂੰਨੀ ਮੰਨਿਆ ਗਿਆ। ਸੋ ਉਪਰੋਕਤ ਸਾਰੇ ਜਿਹੜੇ ਪੁਆਇੰਟ ਨੇ, ਇਹਨਾਂ ਨੂੰ ਪੜ੍ਹਨ ਤੋਂ ਬਾਅਦ ਆਪਾਂ ਨੂੰ ਅਮਰੀਕਾ ਦੇ ਪੂਰੇ ਪੋਲੀਟੀਕਲ ਸਿਸਟਮ ਬਾਰੇ ਪਤਾ ਚੱਲਦਾ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ